नमस्ते बच्चों, स्वागत है ਤੁਹਾਡਾ ਜਮਾਤ 9ਵੀਂ ਵਿੱਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਪ੍ਰੀਤਮ ਸਿੰਘ ਸਫੀਰ ਦੀ ਲਿਖੀ ਹੋਈ ਕਵਿਤਾ ਦੋ ਪਿੱਤਲ ਦੇ ਪੱਤੇ ਅਤੇ ਇੱਕ ਮਿੱਟੀ ਦੀ ਮੁੱਠੀ, ਜੋ ਕਿ ਤੁਹਾਡੀ ਪੁਸਤਕ ਸਾਹਿਤਮਾਲਾ ਦੇ ਵਿੱਚੋਂ ਲਈ ਗਈ ਹੈ। ਤਾਂ ਉਸ ਤੋਂ ਪਹਿਲਾਂ ਆਪਾਂ ਕਰ ਲੈਂਦੇ ਹਾਂ ਪ੍ਰੀਤਮ ਸਿੰਘ ਸਫੀਰ ਦੇ ਬਾਰੇ ਵਿੱਚ ਇੱਕ ਨਿੱਕੀ ਜਿਹੀ ਜਾਣ ਪਹਿਚਾਣ। ਪ੍ਰੀਤਮ ਸਿੰਘ ਸਫੀਰ ਦਾ ਜਨਮ 10 ਅਪ੍ਰੈਲ 1916 ਈਸਵੀ ਨੂੰ ਪਿਤਾ ਸਰਦਾਰ ਮਹਿਤਾਬ ਸਿੰਘ ਤੇ ਮਾਤਾ ਤੇਜਵੰਤ ਕੌਰ ਦੇ ਘਰ ਪਿੰਡ ਮੱਲਪੁਰ, ਜ਼ਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਆਪ ਨੇ ਛੋਟੀ ਉਮਰ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਆਪ ਦੀ ਕਵਿਤਾ ਦਾ ਇੱਕ ਵਿਲੱਖਣ ਰੰਗ ਹੈ, ਜਿਸ ਵਿੱਚ ਅਧਿਆਤਮਕ, ਵਿਅਕਤੀਵਾਦੀ ਤੇ ਸਮਾਜਵਾਦੀ ਝੁਕਾਅ ਪ੍ਰਤੀਤ ਹੁੰਦੇ ਹਨ। ਰੂਪ ਦੇ ਪੱਖ ਤੋਂ ਆਪ ਦੀ ਕਵਿਤਾ ਕਿਤੇ ਕਿਤੇ ਪੂਰਨ ਸਿੰਘ ਦੀ ਕਵਿਤਾ ਵਾਂਗ ਛੰਦਾਬੰਦੀ ਤੋਂ ਖੁੱਲ੍ਹ ਲੈਂਦੀ ਪ੍ਰਤੀਤ ਹੁੰਦੀ ਹੈ। ਕੱਤਕ ਕੁੰਜਾਂ, ਪਾਪ ਦੇ ਸੋਲੇ, ਰਕਤ ਬੂੰਦਾਂ, ਰਾਗ ਰਿਸ਼ਮਾ, ਗੁਰੂ ਗੋਬਿੰਦ, ਅਨੇਕ ਵਿਸਥਾਰ ਅਤੇ ਬਹੁਰੰਗੀ ਆਦਿ ਜੁਗਾਦ, ਸਰਬਕਲਾ ਆਦਿ ਆਪ ਦੇ ਕਾਵਿ ਸੰਗ੍ਰਹਿ ਹਨ। ਕਵਿਤਾ ਤੋਂ ਬਿਨਾਂ ਵਾਰਤਕ ਦੀਆਂ ਪੁਸਤਕਾਂ ਮੇਰੀ ਸਾਹਿਤਿਕ ਸਵੈਜੀਵਨੀ, ਰਚਨਾ ਪ੍ਰਕਿਰਿਆ, ਅਗਨੀ ਅਗੋਚਰ, ਸੰਜੋਗ ਵਿਯੋਗ, ਸਰਬ ਨਿਰੰਤਰ, ਤੁਰ ਕੀ ਬਾਣੀ, ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਸਾਹਿਤ ਅਕਾਦਮੀ ਦਿੱਲੀ ਵੱਲੋਂ ਆਪ ਦੀ ਕਾਵਿ ਪੁਸਤਕ ਅਨੇਕ ਵਿਸਥਾਰ ਨੂੰ ਪੁਰਸਕ੍ਰਿਤ ਕੀਤਾ ਗਿਆ। ਆਪ ਦਾ ਦੇਹਾਂਤ 21 ਮਾਰਚ 1999 ਨੂੰ ਹੋਇਆ। ਤਾਂ ਚਲੋ ਬੱਚੇ, ਹੁਣ ਆਪਾਂ ਕਰਦੇ ਹਾਂ ਇਹਨਾਂ ਦੁਆਰਾ ਲਿਖੀ ਹੋਈ ਕਵਿਤਾ ਦੋ ਪਿੱਪਲ ਦੇ ਪੱਤੇ। ਇਸ ਕਵਿਤਾ ਦੇ ਵਿੱਚ ਕਵੀ ਨੇ ਰਿਸ਼ੀ ਵਿਆਸ ਦੁਆਰਾ ਪਿੱਪਲ ਦੇ ਪੱਤਿਆਂ ਨੂੰ ਦਿੱਤੇ ਸਤਿਕਾਰ ਤੋਂ ਪਏ ਫਲ, ਹਿੰਦੁਸਤਾਨ ਵਿੱਚ ਪਿੱਪਲ ਦੇ ਦੋ ਪੱਤਿਆਂ ਰੂਪ, ਦੋ ਧਰਮਾਂ ਨਾਲ ਸੰਬੰਧਿਤ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਪਏ ਪਾੜ ਦੇ ਸਿੱਟੇ ਵਜੋਂ ਹੋਏ ਖੂਨ ਖਰਾਬੇ ਤੇ ਦੋਹਾਂ ਦੇ ਇਕੱਠੇ ਰਹਿਣ ਦੇ ਮਹੱਤਵ ਨੂੰ ਬਿਆਨ ਕੀਤਾ ਹੈ। ਦੋ ਪਿੱਪਲ ਦੇ ਪੱਤੇ ਤੋੜੇ, ਹੋਰ ਤੋੜ ਕੇ ਪਰੋਤੇ, ਸਿਰ ਤੇ ਬੱਧੇ ਰਿਸ਼ੀ ਵਿਆਸ। ਕਵੀ ਕਹਿੰਦਾ ਹੈ ਕਿ ਵੇਦਾਂ ਦਾ ਸੰਕਲਨ ਕਰਨ ਵਾਲੇ ਰਿਸ਼ੀ ਵਿਆਸ ਨੇ ਪਿੱਪਲ ਦੇ ਦੋ ਪੱਤੇ ਤੋੜ ਕੇ, ਫਿਰ ਕੁਝ ਹੋਰ ਪੱਤੇ ਤੋੜ ਕੇ ਅਤੇ ਉਹਨਾਂ ਨੂੰ ਦੇਵਤਿਆਂ ਦਾ ਰੂਪ ਜਾਣ ਕੇ ਆਪਣੇ ਸਿਰ ਉੱਪਰ ਬੰਨ੍ਹ ਲਿਆ। ਸੁਰਤੀ ਖਾਏ ਸਵਰਗਾਂ ਵਿੱਚ ਗੋਤੇ, ਦਿਲ ਵਿੱਚ ਪਿਆ ਮਿਲਣ ਦੀ ਆਸ, ਤੁਰ ਪਏ ਨਾਲ ਉਹ ਵੀ। ਇਸ ਸਮੇਂ ਉਹਨਾਂ ਦੀ ਸੁਰਤ ਸਵਰਗਾਂ ਵਿੱਚ ਪਹੁੰਚ ਗਈ, ਕਿਉਂਕਿ ਉਹਨਾਂ ਦੇ ਦਿਲ ਵਿੱਚ ਪ੍ਰਭੂ ਪਤੀ ਨੂੰ ਮਿਲਣ ਦੀ ਜੋ ਆਸ ਸੀ, ਆਪਣੀ ਸੁਰਤੀ ਦੇ ਨਾਲ ਉਹ ਆਪ ਵੀ ਉਹਨਾਂ ਦੇ ਦਿਮਾਗ ਵਿੱਚ ਉਛਲ ਰਹੇ ਗਿਆਨ ਦੇ ਸਮੁੰਦਰ ਵਾਂਗ ਸਵਰਗਾਂ ਵਿੱਚ ਚਲੇ ਗਏ। ਤੁਰ ਗਏ ਗਿਆਨ ਸਮੁੰਦਰ ਸੱਤੇ, ਜੁਗ ਜੁਗ ਜਿਉਣ ਪਿੱਪਲ ਦੇ ਪੱਤੇ, ਦੋ ਪਿੱਪਲ ਦੇ ਪੱਤੇ। ਤਾਂ ਇਸ ਤਰ੍ਹਾਂ ਰਿਸ਼ੀ ਵੇਦ ਵਿਆਸ ਨੂੰ ਸਵਰਗਾਂ ਵਿੱਚ ਪਿਆ ਪ੍ਰਭੂ ਨਾਲ ਮਿਲਾਉਣ ਜਿਹੜਾ ਹੈ ਵਾਲੇ ਪਿੱਪਲ ਦੇ ਪੱਤੇ ਜੁਗ ਜੁਗ ਅਮਰ ਰਹਿਣ। ਪੁੰਗਰੇ ਹੋਏ ਹਿੰਦੁਸਤਾਨ, ਤੋੜੇ ਆਣ ਕਿਸੇ ਅਨਪੋਲ, ਉਂਝ ਤਾਂ ਇੱਕੋ ਜਿਹੇ ਇਨਸਾਨ, ਹੋ ਪਿਆ ਦੋ ਮਜਵਾਂ ਦਾ ਘੋਲ, ਡੁੱਲਾ ਖੂਨ ਇੱਕ ਥਾਂ, ਲੂੰ ਲੂੰ ਹੋ ਗਏ ਜ਼ਿਮੀ ਦੇ ਰੱਤੇ, ਕੀ ਟੁੱਟੇ ਦੋ ਆਫਤ ਦੇ ਪੱਤੇ। ਤੇ ਫਿਰ ਕਵੀ ਕਹਿੰਦੇ ਹਨ ਕਿ ਹਿੰਦੁਸਤਾਨ ਵਿੱਚ ਹਿੰਦੂ ਤੇ ਮੁਸਲਮਾਨ ਦੇ ਮਜਵਾਂ ਦੇ ਰੂਪ ਵਿੱਚ ਦੋ ਪਿੱਪਲ ਦੇ ਪੱਤੇ ਪੁੰਗਰੇ ਹੋਏ ਸਨ, ਪਰ ਕਿਸੇ ਨੇ ਅਣਭੋਲ ਹੀ ਉਹਨਾਂ ਨੂੰ ਤੋੜ ਦਿੱਤਾ। ਉਂਝ ਇਨਸਾਨ ਤਾਂ ਸਾਰੇ ਇੱਕੋ ਜਿਹੇ ਹੀ ਹੁੰਦੇ ਹਨ, ਭਾਵੇਂ ਉਹ ਵੱਖ ਵੱਖ ਧਰਮਾਂ ਨੂੰ ਮੰਨਦੇ ਹੋਣ, ਪਰ ਉਹਨਾਂ ਨੂੰ ਇੱਕ ਦੂਜੇ ਨਾਲੋਂ ਤੋੜਨ ਨਾਲ ਮਜਵਾਂ ਵਿੱਚ ਆਪਸੀ ਖਿੱਚੋਤਾਣ ਸ਼ੁਰੂ ਹੋ ਗਈ, ਜਿਸ ਦੇ ਸਿੱਟੇ ਵਜੋਂ ਦੋਹਾਂ ਦਾ ਖੂਨ ਇੱਕ ਥਾਂ ਡੁੱਲਿਆ ਤੇ ਧਰਤੀ ਦਾ ਜ਼ਰਾ ਜ਼ਰਾ ਹਿੱਸਾ ਉਸ ਨਾਲ ਰੰਗਿਆ ਗਿਆ। ਇਸ ਪ੍ਰਕਾਰ ਇਹਨਾਂ ਮਜ਼ਹਬ ਰੂਪ ਪੱਤਿਆਂ ਦਾ ਟੁੱਟਣਾ ਇੱਕ ਆਫਤ ਸੀ। ਦੋ ਪਿੱਪਲ ਦੇ ਪੱਤੇ ਜੁੜਦੇ ਕਮਲ ਪ੍ਰੀਤ ਦੇ ਨਾਲ, ਰਲ ਮਿਲ ਝੂਮ ਝੂਮ ਹੋ ਚੱਲੇ, ਦੋ ਦਿਲ ਚੱਲਦੇ ਇੱਕੋ ਚਾਲ। ਡਿੱਗ ਪਏ ਸਾਂ ਟਾਹਣੀ ਤੋਂ ਥੱਲੇ, ਨਾ ਕੋਈ ਰੂਹ ਚੁਗੇ, ਨਾ ਕੋਈ ਤੁੰਬੇ ਤੇ ਨਾ ਕੋਈ ਕੱਤੇ, ਰੁਲਦੇ ਦੋ ਪਿੱਪਲ ਦੇ ਪੱਤੇ। ਅੱਗੋਂ ਕਵੀ ਕਹਿੰਦੇ ਹਨ ਕਿ ਪਿੱਪਲ ਦੇ ਪੱਤਿਆਂ ਰੂਪ ਦੋ ਮਜਹਬਾਂ, ਹਿੰਦੂ ਅਤੇ ਮੁਸਲਮਾਨ, ਮਤਲਬ ਦੋ ਮਜਹਬ ਸੀ, ਕਿਹੜੇ? ਹਿੰਦੂ ਅਤੇ ਮੁਸਲਮਾਨ।
ਉਹਨਾਂ ਨੇ ਕਿਸ ਦੇ ਨਾਲ ਤੁਲਨਾ ਕੀਤੀ ਹੈ? ਪਿੱਪਲ ਦੇ ਪੱਤਿਆਂ ਦੇ ਨਾਲ। ਕਹਿੰਦੇ ਉਸ ਨਾਲ ਸੰਬੰਧ ਰੱਖਣ ਵਾਲੇ ਲੋਕ ਜਦੋਂ ਕੇਵਲ ਕੰਬਲ ਦੀ ਵਾਣੀ ਨਾਲ ਪ੍ਰੀਤ ਵਾਂਗ ਜੁੜੇ ਹੋਏ ਸਨ ਤਾਂ ਰਲ ਮਿਲ ਕੇ ਝੁੰਮਦੇ ਹੋਏ ਝੱਲੇ ਹੋਈ ਜਾਂਦੇ ਸਨ। ਉਹਨਾਂ ਦੀ ਮਸਤੀ ਦਾ ਕਾਰਨ ਇਹ ਸੀ ਕਿ ਦੋਵਾਂ ਦੇ ਦਿਲ ਇੱਕੋ ਚਾਲ ਨਾਲ ਚੱਲਦੇ, ਅਰਥਾਤ ਇੱਕੋ ਸਾਂਝੀ ਸੋਚ ਦੇ ਅਧੀਨ ਇਕੱਠੇ ਰਹਿੰਦੇ ਸਨ। ਪਰ ਜਦੋਂ ਟਹਿਣੀ ਤੋਂ ਹੇਠਾਂ ਜ਼ਮੀਨ ਉੱਤੇ ਡਿੱਗ ਪਏ ਤਾਂ ਉਹਨਾਂ ਨੂੰ ਕਿਸੇ ਸੁੰਦਰੀ ਨੇ ਚੁੱਕਣ ਦਾ ਯਤਨ ਕੀਤਾ ਸੀ। ਨਾ ਹੀ ਕਿਸੇ ਨੇ ਉਹਨਾਂ ਤੋਂ ਕੱਤਣ ਜਾਂ ਤੁੰਬਨ ਦਾ ਕੋਈ ਕੰਮ ਲਿਆ, ਭਾਵ ਕਿ ਕਿਸੇ ਨੇ ਉਹਨਾਂ ਨੂੰ ਹੱਥ ਲਾਇਆ ਤੇ ਨਾ ਕਿਸੇ ਨੇ ਕੰਮ ਵਿੱਚ ਲਿਆਂਦਾ। ਉਹ ਜ਼ਮੀਨ ਉੱਤੇ ਰੁਲਦੇ ਰਹੇ। ਇਹੋ ਹਾਲ ਵੀ ਵੱਖ-ਵੱਖ ਹੋਏ ਦੋ ਧਰਮਾਂ ਦੇ ਲੋਕਾਂ ਦਾ ਹੁੰਦਾ ਹੈ। ਉਹ ਰੁਲਦੇ ਰਹਿੰਦੇ ਹਨ ਅਤੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ। ਤਾਂ ਇਹ ਜਿਹੜੀ ਕਵਿਤਾ ਸੀ ਇਹ ਬਹੁਤ ਹੀ ਸੁੰਦਰ ਜਿਹੜਾ ਹੈ ਭਾਵ ਲੈ ਕੇ ਆਈ ਹੈ, ਜਿਸ ਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਪਿੱਪਲ ਦੇ ਪੱਤਿਆਂ ਨੂੰ ਇਕੱਠੇ ਪਰੋ ਕੇ ਆਪਣੇ ਸਿਰ ਉੱਤੇ ਬੰਨ੍ਹਣ ਨਾਲ ਰਿਸ਼ੀ ਵਿਆਸ ਨੂੰ ਪਿਆ ਪ੍ਰਭੂ ਤੇ ਸਵਰਗ ਦੀ ਪ੍ਰਾਪਤੀ ਹੋਈ ਸੀ। ਹਿੰਦੁਸਤਾਨ ਵਿੱਚ ਪੁੰਗਰੇ ਦੋ ਪਿੱਪਲ ਦੇ ਪੱਤੇ ਰੂਪ ਦੋ ਮਜ਼ਹਬਾਂ ਨੂੰ ਜਦੋਂ ਕਿਸੇ ਨੇ ਤੋੜਿਆ ਤਾਂ ਖੂਨ ਖਰਾਬਾ ਹੋਇਆ ਤੇ ਉਹ ਰੁਲਣ ਲੱਗੇ, ਪਰ ਜਦੋਂ ਇਕੱਠੇ ਸਨ ਤਾਂ ਉਹ ਰਲ ਮਿਲ ਕੇ ਮਸਤੀ ਵਿੱਚ ਰਹਿੰਦੇ ਹਨ। ਇਸ ਕਵਿਤਾ ਰਾਹੀਂ ਕਵੀ ਹਿੰਦੂ ਮੁਸਲਮਾਨ ਏਕਤਾ ਦਾ ਸੰਦੇਸ਼ ਦਿੰਦਾ ਹੈ ਤੇ ਇਹੀ ਇਸ ਕਵਿਤਾ ਦਾ ਅੰਤਰੀ ਭਾਵ ਹੈ। ਤਾਂ ਬੱਚੋ ਇਸ ਵਿੱਚ ਆਏ ਹੋਏ ਕੁਝ ਪ੍ਰਸ਼ਨ ਹੈ ਜਿਨ੍ਹਾਂ ਨੂੰ ਅਸੀਂ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਦੋ ਪਿੱਪਲ ਦੇ ਪੱਤੇ ਕਿਸ ਦਾ ਪ੍ਰਤੀਕ ਹਨ? ਦੋ ਪਿੱਪਲ ਦੇ ਪੱਤੇ ਹਿੰਦੂਆਂ ਤੇ ਮੁਸਲਮਾਨਾਂ ਦਾ ਪ੍ਰਤੀਕ ਹਨ। ਦੋ ਪਿੱਪਲ ਦੇ ਪੱਤੇ ਕਵਿਤਾ ਵਿੱਚ ਕਿਹੜੇ ਰਿਸ਼ੀ ਦਾ ਜ਼ਿਕਰ ਹੈ? ਦੋ ਪਿੱਪਲ ਦੇ ਪੱਤੇ ਕਵਿਤਾ ਵਿੱਚ ਰਿਸ਼ੀ ਵਿਆਸ ਦਾ ਜ਼ਿਕਰ ਹੈ। ਰਿਸ਼ੀ ਵਿਆਸ ਨੇ ਪਿੱਪਲ ਦੇ ਕਿੰਨੇ ਪੱਤੇ ਤੋੜੇ? ਰਿਸ਼ੀ ਵਿਆਸ ਨੇ ਪਿੱਪਲ ਦੇ 2 ਪੱਤੇ ਤੋੜੇ। ਰਿਸ਼ੀ ਵਿਆਸ ਨੇ ਪਿੱਪਲ ਦੇ ਪੱਤੇ ਕਿੱਥੇ ਬੰਨੇ ਸਨ? ਰਿਸ਼ੀ ਵਿਆਸ ਨੇ ਪਿੱਪਲ ਦੇ ਪੱਤੇ ਸਿਰ ਉੱਤੇ ਬੰਨੇ ਸਨ। ਰਿਸ਼ੀ ਵਿਆਸ ਨੂੰ ਦਿਲ ਵਿੱਚ ਕਿਸ ਦੇ ਮਿਲਣ ਦੀ ਆਸ ਸੀ? ਰਿਸ਼ੀ ਵਿਆਸ ਨੂੰ ਦਿਲ ਵਿੱਚ ਆਪਣੇ ਪ੍ਰੀਤਮ ਦੇ ਮਿਲਣ ਦੀ ਆਸ ਸੀ। ਦੋ ਪਿੱਪਲ ਦੇ ਪੱਤੇ ਕਵਿਤਾ ਕਵੀ ਕਿਹੜੇ ਦੁਖਾਂਤ ਵੱਲ ਇਸ਼ਾਰਾ ਕਰਦਾ ਹੈ? ਦੋ ਪਿੱਪਲ ਪੱਤੇ ਕਵਿਤਾ ਦੇ ਦੁਆਰਾ ਕਵੀ 1947 ਦੇ ਫਿਰਕੂ ਫਸਾਦਾਂ ਵੱਲ ਜਿਹੜਾ ਹੈ ਇਸ਼ਾਰਾ ਕਰਦਾ ਹੈ। ਦੋ ਪਿੱਪਲ ਦੇ ਪੱਤੇ ਕਵਿਤਾ ਵਿੱਚ ਕਵੀ ਕਿਹੜੇ ਦੁੱਖ ਨੂੰ ਬਿਆਨ ਕਰਦਾ ਹੈ? ਦੋ ਪਿੱਪਲ ਦੇ ਪੱਤੇ ਕਵਿਤਾ ਦੇ ਵਿੱਚ ਕਵੀ ਹਿੰਦੂ ਅਤੇ ਮੁਸਲਮਾਨਾਂ ਵਿੱਚ ਹੋਏ ਖੂਨ ਖਰਾਬੇ ਦੇ ਦੁੱਖ ਨੂੰ ਬਿਆਨ ਕਰਦਾ ਹੈ, ਕਿਉਂਕਿ ਜਿਹੜੇ ਦੋ ਪਿੱਪਲ ਦੇ ਪੱਤੇ ਹੈ ਉਹਨਾਂ ਦੀ ਤੁਲਨਾ ਕਿਹਦੇ ਨਾਲ ਕੀਤੀ ਗਈ ਸੀ? ਹਿੰਦੂ ਅਤੇ ਮੁਸਲਮਾਨਾਂ ਦੇ ਨਾਲ। ਤਾਂ ਇਹ ਸੀ ਬੱਚਿਓ ਪ੍ਰੀਤਮ ਸਿੰਘ ਸਫੀਰ ਦੁਆਰਾ ਲਿਖੀ ਹੋਈ ਕਵਿਤਾ ਦੋ ਪਿੱਤਲ ਦੇ ਪੱਤੇ। ਹੁਣ ਆਪਾਂ ਕਰਦੇ ਹਾਂ ਇਹਨਾਂ ਦੁਆਰਾ ਲਿਖੀ ਹੋਈ ਰੁਚੀ ਕਵਿਤਾ ਇੱਕ ਮਿੱਟੀ ਦੀ ਮੁੱਠੀ। ਇੱਕ ਮਿੱਟੀ ਦੀ ਮੁੱਠੀ ਭਰ ਕੇ ਨੈਣਾ ਨਾਲ ਨੀਝ ਲਤਕੀ, ਨਕਸ਼ ਗਵਾਚੇ ਹੋਏ ਨਾ ਦਿਸੇ, ਹੋਠਾਂ ਹਸਾ ਨਾ ਸਕੀ। ਇਸ ਵਿੱਚ ਕਵੀ ਕਹਿੰਦੇ ਹਨ ਕਿ ਮੈਂ ਮਿੱਟੀ ਦੀ ਇੱਕ ਮੁੱਠ ਭਰ ਕੇ ਉਸ ਨੂੰ ਆਪਣੀਆਂ ਅੱਖਾਂ ਨਾਲ ਨੀਝ ਲਾ ਕੇ ਦੇਖਿਆ। ਉਸ ਵਿੱਚੋਂ ਮੈਨੂੰ ਹਜ਼ਾਰਾਂ ਰਾਜਿਆਂ, ਮਹਾਰਾਜਿਆਂ ਤੇ ਸੂਰਬੀਰਾਂ ਦੇ ਗਵਾਚੇ ਹੋਏ ਨਕਸ਼ ਦਿਖਾਈ ਨਾ ਦਿੱਤੇ, ਕਿਉਂਕਿ ਉਹ ਸਭ ਮਿੱਟੀ ਦੇ ਹੀ ਬਣ ਚੁੱਕੇ ਸਨ। ਲੱਭ ਲੱਭ ਚਮਕੀਲੀਆਂ ਘੁੰਘਰਾਲੀਆਂ, ਨਜ਼ਰ ਸਹਿਕ ਕੇ ਥੱਕੀ, ਕੇਰ ਕੇਰ ਉਂਗਲਾਂ ਚੋਂ ਭੋਤੇ, ਕੂਕ ਅੰਤ ਮੈਂ ਉੱਠੀ, ਹਾਏ ਨੀ ਇੱਕ ਮਿੱਟੀ ਦੀ ਮੁੱਠੀ। ਇਸ ਕਰਕੇ ਮਿੱਟੀ ਦੀ ਮੁੱਠੀ ਨੇ ਮੇਰੀਆਂ ਅੱਖਾਂ ਨੂੰ ਕੋਈ ਖੁਸ਼ੀ ਨਾ ਦਿੱਤੀ। ਮੈਂ ਮਿੱਟੀ ਦੀ ਮੁੱਠ ਵਿੱਚ ਚਮਕਦੇ ਕਿਣਕਿਆਂ ਨੂੰ ਨਜ਼ਰ ਨਾਲ ਫੋਲ ਫੋਲ ਕੇ ਦੇਖਿਆ। ਮੇਰੀ ਨਜ਼ਰ ਗੁਆਚੇ ਨਕਸ਼ਾਂ ਨੂੰ ਲੱਭਣ ਲਈ ਸਹਿਕਦੀ ਹੋਈ ਥੱਕ ਗਈ। ਅੰਤ ਮੈਂ ਉਸ ਨੂੰ ਹੌਲੀ ਹੌਲੀ ਆਪਣੀਆਂ ਉਂਗਲਾਂ ਵਿੱਚੋਂ ਜ਼ਮੀਨ ਉੱਤੇ ਕੇਰ ਦਿੱਤਾ ਤੇ ਫਿਰ ਮੈਂ ਕੂਕ ਉੱਠੀ ਕਿ ਇਹ ਤਾਂ ਇੱਕ ਮਿੱਟੀ ਦੀ ਹੀ ਮੁੱਠੀ ਸੀ। ਇੱਕ ਮਿੱਟੀ ਦੀ ਮੁੱਠੀ ਸੁਪਨੇ ਮੈਂ ਬ੍ਰਹਮੰਡਾਂ ਕੁਲ ਹੁਸਨਾਂ ਦੇ ਇੱਕ ਇੱਕ ਕਿਨਕੇ ਵਿੱਚ ਸਾਂਭੇ ਹੋਏ।
ਅੱਗੋਂ ਫਿਰ ਕਵੀ ਕਹਿੰਦੇ ਹਨ ਕਿ ਮੈਂ ਜੋ ਮਿੱਟੀ ਦੀ ਇੱਕ ਮੁੱਠ ਭਰ ਕੇ ਜ਼ਮੀਨ ਉੱਤੇ ਘੇਰੀ ਹੈ, ਉਸ ਦੇ ਇੱਕ ਇੱਕ ਕਿਨਕੇ ਵਿੱਚ ਸੈਂਕੜੇ ਬ੍ਰਹਿਮੰਡ ਤੇ ਸਭ ਪ੍ਰਕਾਰ ਦੇ ਹੁਸਨਾਂ ਦੇ ਸੁਪਨੇ ਸਾਂਭੇ ਹੋਏ ਹਨ। ਹੁਸ਼ਨਨਾਕਾਂ ਦੇ ਦਿਲ ਪਰੋਏ ਝੂਲ ਪੈਂਦੇ ਵਿੱਚ ਸਖਤ ਹਵਾ ਦੇ, ਕਦੇ ਜ਼ਿਮੀ ਤੇ ਫੇਰ ਸਿਸਕਦੀ ਆ ਪੈਂਦੀ ਹੈ ਪੁੱਠੀ, ਕੀ ਬੋਲੇ ਇੱਕ ਮਿੱਟੀ ਦੀ ਮੁੱਠੀ। ਇਸ ਵਿੱਚ ਫਲਾਂ ਫੁੱਲਾਂ ਦਰਿਆਵਾਂ ਤੇ ਸੋਹਣਿਆਂ ਦੇ ਦਿਲ ਮਿਲੇ ਹੋਏ ਹਨ। ਕਿਸੇ ਵੇਲੇ ਜਦੋਂ ਤੇਜ਼ ਹਵਾ ਆਉਂਦੀ ਹੈ ਤਾਂ ਸਭ ਮਿੱਟੀ ਦੇ ਉੱਡਣ ਨਾਲ ਉੱਡ ਪੈਂਦੇ ਹਨ। ਕਦੇ ਇਹ ਮਿੱਟੀ ਦੀ ਮੁੱਠ ਸਿਸਕਦੀ ਹੋਈ ਸਿਰ ਭਾਰ ਜ਼ਮੀਨ ਉੱਤੇ ਆ ਡਿੱਗਦੀ ਹੈ। ਸਾਨੂੰ ਮਿੱਟੀ ਦੀ ਇੱਕ ਮੁੱਠ ਬੋਲ ਕੇ ਦੱਸ ਰਹੀ ਹੈ ਕਿ ਉਸ ਦੇ ਵਿੱਚ ਕਿੰਨਾ ਕੁਝ ਸਾਂਭਿਆ ਹੋਇਆ ਹੈ। ਇੱਕ ਮਿੱਟੀ ਦੀ ਮੁੱਠੀ ਆਵੇ ਨੀ ਕੋਈ ਜਿੰਦ ਤੈਨੂੰ ਜੋੜੇ। ਕਵੀ ਕਹਿੰਦਾ ਹੈ ਕਿ ਬੰਦੇ ਦਾ ਸਰੀਰ ਵੀ ਮਿੱਟੀ ਦੀ ਇੱਕ ਮੁੱਠੀ ਹੈ। ਜਦੋਂ ਇਸ ਵਿੱਚ ਜਿੰਦ ਆ ਕੇ ਮੁੜ ਜਾਂਦੀ ਹੈ ਤਾਂ ਇਹ ਹਉਮੈ ਦੇ ਵਸ ਹੋ ਕੇ ਧਰਤੀ ਉੱਪਰ ਨਹੀਂ ਸਗੋਂ ਸਿਤਾਰਿਆਂ ਵਿੱਚ ਵਸਦੀ ਹੈ। ਵਸੇ ਕਿਸੇ ਸਿਤਾਰੇ ਅੰਦਰ ਉੱਡ ਉੱਡ ਕੇ ਰੂਹ ਮੇਰੀ ਲੋੜੇ, ਹੋਵੇ ਜੋ ਸੋਝਾਂ ਦਾ ਮੰਦਰ ਫਿਰ ਨਾ ਉਪਾਸਕ ਥੋੜੇ। ਤੇ ਉਸ ਦੀ ਰੂਹ ਉੱਡਣਾ ਲੋਚਦੀ ਹੈ। ਜੇਕਰ ਜਿੰਦ ਵਾਲੀ ਇਹ ਮਿੱਟੀ ਅਰਥਾਤ ਮਨੁੱਖੀ ਸਰੀਰ ਗੁਣਾਂ ਦਾ ਮੰਦਰ ਹੋਵੇ ਤਾਂ ਇਸ ਨੂੰ ਪਿਆਰ ਕਰਨ ਵਾਲਿਆਂ ਦੀ ਘਾਟ ਨਹੀਂ ਹੁੰਦੀ। ਨਾ ਪਰ ਹੁਸਨ ਨਾ ਇਸ਼ਕ ਨਿਆਜਾ, ਜਦ ਤੀਕਰ ਜਿੰਦ ਰੁੱਠੀ, ਰੁਲੇ ਪਈ ਇੱਕ ਮਿੱਟੀ ਦੀ ਮੁੱਠੀ। ਇਸ ਦੇ ਬਥੇਰੇ ਉਪਾਸਕ ਮਿਲ ਜਾਂਦੇ ਹਨ, ਪਰ ਜੇਕਰ ਇਸ ਮੁੱਠੀ ਦੀ ਮੁੱਠ ਤੋਂ ਜਿੰਦ ਰੁੱਸੀ ਰਹੇ ਤਾਂ ਇਹ ਮੁਰਦਾ ਹੁੰਦੀ ਹੈ। ਫਿਰ ਨਾ ਇਸ ਦਾ ਕੋਈ ਹੁਸਨ ਹੁੰਦਾ ਹੈ ਅਤੇ ਨਾ ਹੀ ਨਾਜ਼ ਨਖਰਾ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਸਰੀਰ ਜ਼ਿੰਦ ਤੋਂ ਬਿਨਾਂ ਮਿੱਟੀ ਦੀ ਇੱਕ ਮੁੱਠੀ ਦੇ ਸਮਾਨ ਹੈ। ਤਾਂ ਇਸ ਤਰ੍ਹਾਂ ਇਹ ਕਵਿਤਾ ਸੀ ਜੋ ਕਿ ਸਾਨੂੰ ਇੱਕ ਬਹੁਤ ਹੀ ਸੁੰਦਰ ਜਿਹੜਾ ਹੈ ਉਹ ਸੰਦੇਸ਼ ਦਿੰਦੀ ਹੈ, ਜਿਸ ਵਿੱਚ ਕਵੀ ਜਿਹੜੇ ਪ੍ਰੀਤਮ ਸਿੰਘ ਸਫੀਰ ਹੈ ਉਹ ਕਹਿੰਦੇ ਹਨ ਕਿ ਮਿੱਟੀ ਦੀ ਇੱਕ ਮੁੱਠੀ ਵਿੱਚ ਹਜ਼ਾਰਾਂ ਨਕਸ਼ ਗੁਆਚੇ ਹੋਏ ਹਨ। ਬੰਦਾ ਵੀ ਮਿੱਟੀ ਦੀ ਹੀ ਇੱਕ ਮੁੱਠ ਹੈ ਜੋ ਆਪਣੀ ਹਕੀਕਤ ਭੁੱਲ ਕੇ ਹਉਮੈ ਵਿੱਚ ਫਸਿਆ ਰਹਿੰਦਾ ਹੈ। ਤਾਂ ਬੱਚਿਓ ਕਰਦੇ ਹਾਂ ਹੁਣ ਇਸ ਦਾ ਅੰਤਰੀਵ ਭਾਵ। ਤਾਂ ਇਸ ਕਵਿਤਾ ਦਾ ਅੰਤਰੀਵ ਭਾਵ ਹੈ ਕਿ ਇੱਕ ਮੁੱਠੀ ਵਿੱਚ ਹਜ਼ਾਰਾਂ ਨਕਸ਼ ਗੁਆਚੇ ਹੋਏ ਹਨ। ਬੰਦਾ ਵੀ ਇੱਕ ਮਿੱਟੀ ਦੀ ਹੀ ਮੁੱਠ ਹੈ। ਜਦੋਂ ਇਸ ਵਿੱਚ ਜਾਨ ਹੁੰਦੀ ਹੈ ਤਾਂ ਇਹ ਹਉਮੈ ਵਿੱਚ ਫਸ ਜਾਂਦਾ ਹੈ, ਯਾਨੀ ਕਿ ਮੈਂ ਇਸ ਦੇ ਵਿੱਚ ਆ ਜਾਂਦੀ ਹੈ। ਉਸ ਦੇ ਹੁਸਨ ਦੇ ਕਈ ਉਪਾਸਕ ਬਣ ਜਾਂਦੇ ਨੇ, ਪਰੰਤੂ ਜਦੋਂ ਜਾਨ ਨਾ ਰਹੇ ਤਾਂ ਉਸ ਦਾ ਕੋਈ ਹੁਸਨ ਨਹੀਂ ਰਹਿੰਦਾ ਅਤੇ ਨਾ ਹੀ ਉਸ ਦਾ ਆਸ਼ਕ, ਸਗੋਂ ਉਹ ਮਿੱਟੀ ਹੀ ਬਣ ਜਾਂਦਾ ਹੈ। ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਜਿਸਨੂੰ ਚਾਹੇ ਉਹ ਤੁਹਾਡਾ ਕਿੰਨਾ ਵੀ ਪਿਆਰਾ ਹੋਵੇ, ਤੁਸੀਂ ਉਸ ਨੂੰ ਇੱਕ ਸਰੀਰ ਦਾ ਨਾਂ ਦੇ ਦਿੰਦੇ ਹੋ ਤਾਂ ਤੁਸੀਂ ਉਸਨੂੰ ਉਸਦੇ ਨਾਂ ਨਾਲ ਨਹੀਂ ਜਾਣਦੇ। ਜਦੋਂ ਤੱਕ ਉਸ ਦੇ ਵਿੱਚ ਜਾਨ ਹੈ ਤਦ ਤੱਕ ਹੀ ਉਸਦਾ ਨਾਂ ਹੁੰਦਾ ਹੈ, ਤਦ ਤੱਕ ਹੀ ਜਿਹੜੇ ਰਿਸ਼ਤੇ ਹੁੰਦੇ ਆ ਉਸ ਦੇ ਨਾਲ ਜੁੜੇ ਹੁੰਦੇ ਹੈ। ਜਦੋਂ ਜਾਨ ਨਿਕਲ ਜਾਂਦੀ ਹੈ ਤਾਂ ਉਹ ਸਰੀਰ ਜਿਹੜਾ ਹੁੰਦਾ ਹੈ ਮਿੱਟੀ ਮਾਤਰ ਰਹਿ ਜਾਂਦਾ ਹੈ। ਤਾਂ ਆਓ ਬੱਚਿਓ ਇਸ ਵਿੱਚ ਆਏ ਹੋਏ ਅਸੀਂ ਕੁਝ ਪ੍ਰਸ਼ਨ ਕਰ ਲੈਂਦੇ ਹਾਂ। ਪ੍ਰੀਤਮ ਸਿੰਘ ਸਫੀਰ ਦੀ ਕਿਸੇ ਕਵਿਤਾ ਦਾ ਨਾਂ ਲਿਖੋ। ਇੱਕ ਮਿੱਟੀ ਦੀ ਮੁੱਠ। ਤਾਂ ਕਵੀ ਮਿੱਟੀ ਦੀ ਮੁੱਠ ਵਿੱਚ ਨੀਚ ਲਾ ਕੇ ਕੀ ਦੇਖ ਰਿਹਾ ਸੀ? ਗੁਆਚੇ ਹੋਏ ਨਕਸ਼ ਨੂੰ ਜਿਹੜਾ ਸੀ ਉਹ ਦੇਖ ਰਿਹਾ ਸੀ। ਮਿੱਟੀ ਦੇ ਇੱਕ ਇੱਕ ਕਿਨਕੇ ਵਿੱਚ ਕਿਸ ਪ੍ਰਕਾਰ ਦੇ ਹੁਸਨ ਦੇ ਸੁਪਨੇ ਸਾਂਭੇ ਹੋਏ ਹਨ। ਮਿੱਟੀ ਦੇ ਇੱਕ ਇੱਕ ਕਿਨਕੇ ਵਿੱਚ ਸੈਂਕੜੇ ਬ੍ਰਹਮੰਡਾਂ ਦੇ ਹੁਸਨ ਜਿਹੜੇ ਹੈ ਉਹਨਾਂ ਦੇ ਸੁਪਨੇ ਸਾਂਭੇ ਹੋਏ ਹਨ। ਕਵੀ ਅਨੁਸਾਰ ਬੰਦੇ ਦਾ ਸਰੀਰ ਕੀ ਹੈ? ਕਵੀ ਅਨੁਸਾਰ ਬੰਦੇ ਦਾ ਸਰੀਰ ਇੱਕ ਮਿੱਟੀ ਦੀ ਮੁੱਠੀ ਹੈ। ਮਿੱਟੀ ਦੀ ਮੁੱਠੀ ਰੂਪ ਸਰੀਰ ਵਿੱਚੋਂ ਜਦੋਂ ਜਿੰਦ ਹੁੰਦੀ ਹੈ ਤਾਂ ਇਸ ਦੀ ਕੀ ਅਵਸਥਾ ਹੁੰਦੀ ਹੈ? ਮਿੱਟੀ ਦੀ ਮੁੱਠੀ ਰੂਪ ਸਰੀਰ ਵਿੱਚ ਜਦੋਂ ਜਿੰਦ ਹੁੰਦੀ ਹੈ ਤਾਂ ਇਹ ਹਉਮੈ ਨਾਲ ਭਾਵ ਘਮੰਡ ਨਾਲ ਭਰੀ ਹੁੰਦੀ ਹੈ। ਤਾਂ ਬੱਚੋ ਇਹ ਸੀ ਪ੍ਰੀਤਮ ਸਿੰਘ ਸਫੀਰ ਜੀ ਦੀ ਲਿਖੀਆਂ ਹੋਈਆਂ ਕਵਿਤਾਵਾਂ ਦੋ ਪਿੱਪਲ ਦੇ ਪੱਤੇ ਅਤੇ ਇੱਕ ਮਿੱਟੀ ਦੀ ਮੁੱਠੀ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਆ ਹੋਵੇਗਾ ਅਤੇ ਤੁਹਾਨੂੰ ਇਹ ਕਵਿਤਾ ਸਮਝ ਵੀ ਆ ਗਈ ਹੋਏਗੀ। ਮਿਲਦੇ ਹਾਂ ਨੈਕਸਟ ਟਾਈਮ ਇੱਕ ਨਵੇਂ ਟੌਪਿਕ ਦੇ ਨਾਲ, ਔਰ ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।